सत श्री अकाल, स्वागत है तुहाडा सारिਆਂ ਦਾ ਇਨ ਫੋਕਸ ਦੇ ਵਿੱਚ। मैं हाँ रुपिंदर कौर। ओंटारियो ਵੱਲੋਂ ਗ੍ਰੈਜੂਅਲੀ ਪ੍ਰੋਵਿੰਸ ਦੀ ਰੀਓਪਨਿੰਗ ਕੀਤੀ ਜਾ ਰਹੀ ਹੈ ਤੇ ਵੱਖ-ਵੱਖ ਰੀਜਨਸ ਨੂੰ ਵੱਖ-ਵੱਖ ਸਟੇजेस ਦੇ ਤਹਿਤ ਕਲਰ ਕੋਡਡ ਸਿਸਟਮ ਵਿੱਚ ਮੂਵ ਕੀਤਾ ਜਾਏਗਾ। ਪਰ ਕਿਸ ਆਧਾਰ ਤੇ ਸੂਬੇ ਵੱਲੋਂ ਰੀਓਪਨਿੰਗ ਕੀਤੀ ਜਾ ਰਹੀ ਹੈ, ਐਸੇ ਤੇ ਆਧਾਰਿਤ ਰਹੇਗੀ ਸਾਡੀ ਅੱਜ ਦੀ ਇਹ ਖਾਸ ਪੇਸ਼ਕਸ਼। ओंटारियो ਵਿੱਚ स्टे एट होम ਆਰਡਰ ਇਸ਼ੂ ਕੀਤੇ ਗਏ ਸਨ, ਪਰ ਕੋਵਿਡ-19 ਦੇ ਕੇਸਿਸ ਵਿੱਚ ਕਮੀ ਨੂੰ ਵੇਖਦਿਆਂ ਹੁਣ ਪ੍ਰੋਵਿੰਸ ਨੂੰ ਰੀਓਪਨ ਕੀਤਾ ਜਾ ਰਿਹਾ ਹੈ ਤੇ ਵੱਖ-ਵੱਖ ਸਟੇजेस ਵਿੱਚ ਵੱਖ-ਵੱਖ ਰੀਜਨਸ ਨੂੰ ਕਲਰ ਕੋਡਡ ਸਿਸਟਮ ਦੇ ਤਹਿਤ ਮੂਵ ਕੀਤਾ ਜਾਏਗਾ। ਕਿਸ ਆਧਾਰ ਤੇ ਰੀਓਪਨਿੰਗ ਕੀਤੀ ਜਾ ਰਹੀ ਹੈ, ਇਸੇ ਸੰਬੰਧੀ ਖਾਸ ਤੌਰ ਤੇ ਗੱਲਬਾਤ ਕਰਦੇ ਹਾਂ ਮੈਂਬਰ ਆਫ ਪ੍ਰੋਵਿੰਸ਼ੀਅਲ ਪਾਰਲੀਮੈਂਟ ਅਮਰਜੋਤ ਸੰਧੂ ਦੇ ਨਾਲ। ਸਤਿ ਸ਼੍ਰੀ ਅਕਾਲ ਅਮਰਜੋਤ ਜੀ, ਬਹੁਤ-ਬਹੁਤ ਧੰਨਵਾਦ ਪੀਟੀਸੀ ਦੇ ਨਾਲ ਜੁੜਨ ਦੇ ਲਈ। ਸਤਿ ਸ਼੍ਰੀ ਅਕਾਲ ਰੁਪਿੰਦਰ ਜੀ, ਤੁਹਾਨੂੰ ਤੇ ਪੀਟੀਸੀ ਪੰਜਾਬੀ ਦੇਖਣ ਵਾਲੇ ਸਾਰੇ ਭੈਣਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੁਹਾਡੇ ਤੋਂ ਜਾਣਨਾ ਚਾਹਾਂਗੇ, ਹੁਣ ਜਦੋਂ ਸਰਕਾਰ ਨੇ ਫੈਸਲਾ ਲਿਆ ਕਿ ਸਟੇ ਐਟ ਹੋਮ ਆਰਡਰ ਜਿਹੜੇ ਨੇ ਉਹ ਸਿਰਫ ਕੁਝ ਰੀਜਨਸ ਵਿੱਚ ਰਹਿ ਜਾਣਗੇ ਤੇ ਗ੍ਰੈਜੂਅਲੀ ਇੱਕ ਰੀਓਪਨਿੰਗ ਕੀਤੀ ਜਾ ਰਹੀ ਹੈ, ਪਰ ਬੀਤੇ ਦਿਨੀ ਜਿਵੇਂ ਅਸੀਂ ਦੇਖਿਆ ਕਿ ਜੋ ਨਵੇਂ ਮਾਡਲਿੰਗ ਡਾਟਾ ਆਏ ਨੇ ਉਹਨਾਂ ਦੇ ਅਕੋਰਡਿੰਗ ਵੇਰੀਐਂਟਸ ਜਿਹੜੇ ਨੇ ਕੋਵਿਡ-19 ਦੇ ਉਹ ਹਜੇ ਵੀ ਰੈਪਿਡਲੀ ਸਪਰੈਡ ਹੋ ਰਹੇ ਨੇ, ਤਾਂ ਕਿਉਂ ਸਰਕਾਰ ਨੂੰ ਹਜੇ ਲੱਗਦਾ ਹੈ ਕਿ ਇਸ ਵੇਲੇ ਜਿਹੜਾ ਪ੍ਰੋਵਿੰਸ ਨੂੰ ਹੌਲੀ-ਹੌਲੀ ਖੋਲ੍ਹਣਾ ਸੇਫ ਹੋਏਗਾ? ਬਿਲਕੁਲ, ਦੇਖੋ ਜਦੋਂ ਸਟੇਟ ਆਫ ਐਮਰਜੈਂਸੀ ਲਾਸਟ ਮੰਥ ਜਿਹੜੀ ਆ ਸਾਡੇ ਦਸੰਬਰ ਦੇ ਵਿੱਚ ਪ੍ਰੀਮੀਅਰ ਨੇ ਡਿਕਲੇਅਰ ਕੀਤੀ ਸੀ, ਕਿਉਂਕਿ ਜਿਹੜੇ ਡੇਟਾ ਸੀ ਮਾਡਲਿੰਗ ਸੀ ਉਦੋਂ ਕਾਫੀ ਕੰਸਰਨਿੰਗ ਸੀ ਕਿ ਜੇ ਗਵਰਨਮੈਂਟ ਜਿਹੜੀ ਆ ਕੋਈ ਸਟ੍ਰਿਕਟ ਮੈਜਰਸ ਨਹੀਂ ਲੈਂਦੀ ਤੇ ਆਪਾਂ ਨੂੰ 15,000 ਤੋਂ ਲੈ ਕੇ 20,000 ਕੇਸਿਸ ਜਿਹੜੇ ਮਿਡ ਫੈਬਰੂਅਰੀ 'ਚ ਦੇਖਣ ਨੂੰ ਮਿਲ ਸਕਦੇ ਸੀ। ਸੋ ਗਵਰਨਮੈਂਟ ਨੇ ਜਿਹੜਾ ਐਕਸ਼ਨ ਰਾਈਟ ਵੇ ਜਿਹੜਾ ਲਿਆ ਜੀ, ਆਪਣੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ। ਸਟੇ ਐਟ ਹੋਮ ਆਰਡਰ ਜਿਹੜੇ ਅਜੇ ਤੱਕ ਐਕਸਪਾਇਰ ਨਹੀਂ ਹੋਏ ਪੀਲ ਰੀਜਨ ਦੇ ਵਿੱਚ, ਉਹਦੇ ਨਾਲ ਜਿਹੜੇ ਕਾਫੀ ਆਪਾਂ ਦੇਖਦੇ ਹਾਂ ਕਿ ਨੰਬਰਸ ਜਿਹੜੇ ਆ ਪਹਿਲਾਂ 4,000 ਆ ਰਿਹਾ ਸੀ, ਹੁਣ ਆਪਾਂ ਦੇਖਦੇ 1,000 ਨੰਬਰ ਤੇ ਪਹੁੰਚ ਗਿਆ ਵਾ, ਕਿਉਂਕਿ ਲੋਕੀ ਜਿਹੜੇ ਇੰਟੀਰੀਅਰ ਦੇ ਕਾਫੀ ਉਹਨਾਂ ਨੇ ਇਸ ਵਾਰ ਜਿਹੜਾ ਲੋਕਡਾਊਨ ਹੈਗਾ ਸੀ ਉਹਨੂੰ ਫੋਲੋ ਕੀਤਾ, ਕਿਉਂਕਿ ਇੰਪਲੀਮੈਂਟੇਸ਼ਨ ਜਿਹੜੀ ਸੀ ਗਵਰਨਮੈਂਟ ਵੱਲੋਂ ਕੀਤੀ ਗਈ ਸੀ, ਨਾਲ ਦੀ ਨਾਲ ਜਿਹੜੀ ਇਨਫੋਰਸਮੈਂਟ ਆ ਉਹ ਵੀ ਬਹੁਤ ਹੋਈ ਆ। ਜੇ ਇਸ ਵਾਰ ਜਿਹੜੇ ਪੀਲ ਪੁਲਿਸ ਆਫਿਸਰ ਸੀ ਜਾਂ ਆਪਣੇ ਇੰਟੀਰੀਅਰ ਪ੍ਰੋਵਿੰਸ਼ੀਅਲ ਪੁਲਿਸ ਆਫਿਸਰ ਸੀ ਉਹਨਾਂ ਨੂੰ ਵਿੱਚ ਇਨਵੋਲਵ ਕੀਤਾ ਗਿਆ ਸੀ। ਸੋ ਨੰਬਰਸ ਜਿਹੜੇ ਆ ਜੀ ਹੁਣ ਡਾਊਨ ਆਏ ਆ ਤੇ ਗਵਰਨਮੈਂਟ ਜਿਹੜੀ ਚੀਜ਼ ਐਕਨੋਲਜ ਕਰਦੀ ਹੈ ਕਿ ਜਿਹੜੇ ਆਪਣੇ ਬਿਜ਼ਨਸ ਹੈਗੇ ਆ ਆਲਰੇਡੀ ਆਪਾਂ ਦੇਖਦੇ ਹਾਂ ਕਾਫੀ ਬਿਜ਼ਨਸ ਜਿਹੜੇ ਬੰਦ ਪਏ ਆ, ਪੀਲ ਰੀਜਨ ਖਾਸ ਕਰਕੇ ਆਪਣਾ ਲਾਕਡਾਊਨ ਦੇ ਵਿੱਚ ਕਾਫੀ ਦੇਰ ਤੋਂ ਚੱਲ ਰਿਹਾ। ਸੋ ਹੁਣ ਟਾਈਮ ਆ ਗਿਆ ਕਿ ਆਪਾਂ ਜਿਹੜਾ ਹੈਗਾ ਵਾ ਇਕਨੋਮੀ ਨੂੰ ਗ੍ਰੈਜੂਅਲੀ ਓਪਨ ਕਰੀਏ। ਇਸ ਕਰਕੇ ਜਿਹੜੀ ਲਾਸਟ ਵੀਕ ਜਿਹੜੀ ਅਨਾਊਂਸਮੈਂਟ ਹੋਈ ਆ ਕਿ ਰੀਜਨਸ ਨੂੰ ਜਿਹੜਾ ਮੋਸਟਲੀ ਰੀਜਨ ਜਿਹੜੇ ਹੈਗੇ ਆ 10 ਤਰੀਕ ਤੋਂ ਓਪਨ ਹੋ ਗਿਆ। 3 ਰੀਜਨ ਜਿਹੜੇ 10 ਤਰੀਕ ਤੋਂ ਓਪਨ ਹੋਏ ਆ, ਕਈ ਰੀਜਨ ਜਿਹੜੇ ਹੈਗੇ 16 ਤਰੀਕ ਤੋਂ ਓਪਨ ਹੋਣਗੇ। ਪੀਲ ਰੀਜਨ ਜਿਹੜਾ ਹੈਗਾ ਜੀ 22 ਤਰੀਕ ਤੋਂ, ਪੀਲ ਟੋਰਾਂਟੋ ਤੇ ਜਿਹੜੇ ਯਾਰਕ ਰੀਜਨ ਜਿਨ੍ਹਾਂ ਵਿੱਚ ਮੈਜੋਰਟੀ ਕੇਸਿਸ ਜਿਹੜੇ ਆ ਰਹੇ ਆ 22 ਤਰੀਕ ਤੋਂ ਓਪਨ ਹੋਣਗੇ। ਸੋ ਗ੍ਰੈਜੂਅਲੀ ਜਿਹੜਾ ਇਕਨੋਮੀ ਨੂੰ ਓਪਨ ਕੀਤਾ ਜਾਊਗਾ, ਰੀਟੇਲ ਬਿਜ਼ਨਸ ਜਿਹੜੇ ਆ ਉਹਨਾਂ ਨੂੰ ਓਪਨ ਕੀਤਾ ਜਾਊਗਾ। ਜਿਹੜੀਆਂ ਰਿਸਟ੍ਰਿਕਸ਼ਨਸ ਜਿਹੜੀਆਂ ਵਾ ਉਹ ਰਹਿਣਗੀਆਂ। ਨਾਲ ਦੀ ਨਾਲ ਇਹ ਵੀ ਮੈਂ ਤੁਹਾਡੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਕਿ ਜਿਹੜੀਆਂ ਇਹ ਸਟੇ ਐਟ ਹੋਮ ਜਿਹੜਾ ਆਰਡਰ ਆ ਅਜੇ ਵੀ ਜਿਹੜਾ ਚੱਲ ਰਿਹਾ ਵਾ, ਇਹਦੇ ਵਿੱਚ ਇਹ ਚੀਜ਼ ਇਨਕਰੇਜ ਨਹੀਂ ਕੀਤੀ ਜਾ ਰਹੀ ਕਿ ਤੁਸੀਂ ਇੱਕ ਕਹਿ ਲਓ ਕਿ ਇੱਕ ਰੀਜਨ ਤੋਂ ਦੂਜੇ ਰੀਜਨ ਤੱਕ ਟਰੈਵਲ ਕਰੋ। ਨਾਲ ਦੀ ਨਾਲ ਜਿਹੜੀਆਂ ਰਿਸਟ੍ਰਿਕਸ਼ਨਸ ਅਜੇ ਲੱਗਣਗੀਆਂ ਕਾਫੀ, ਲੇਕਿਨ ਬਿਜ਼ਨਸ ਜਿਹੜੇ ਉਹਨਾਂ ਨੂੰ ਗ੍ਰੈਜੂਅਲੀ ਜਿਹੜਾ ਓਪਨ ਕੀਤਾ ਜਾਊਗਾ। ਜੀ ਬਿਲਕੁਲ, ਗ੍ਰੈਜੂਅਲੀ ਰੀਓਪਨਿੰਗ ਤਾਂ ਹੋਏਗੀ, ਪਰ ਇੱਕ ਜਿਹੜਾ ਕਲਰ ਕੋਡਡ ਸਿਸਟਮ ਵਿੱਚ ਪ੍ਰੋਵਿੰਸ ਨੂੰ ਮੂਵ ਕੀਤਾ ਜਾ ਰਿਹਾ ਹੈ, ਤਾਂ ਇੱਕ ਕਲਰ ਕੋਡਡ ਸਿਸਟਮ ਵਿੱਚ ਕਿੰਨਾ ਟਾਈਮ ਆਬਜ਼ਰਵ ਕੀਤਾ ਜਾਏਗਾ ਕਿ ਉਸ ਨੂੰ ਫਿਰ ਦੂਜੇ ਕਲਰ ਵਿੱਚ ਮੂਵ ਕਰਨ ਤੋਂ ਪਹਿਲਾਂ? ਹਾਂਜੀ, ਬਹੁਤ ਵਧੀਆ ਤੁਹਾਡਾ ਕੁਐਸਚਨ ਹੈ ਜੀ। ਦੇਖੋ ਇਹਦੇ ਵਿੱਚ ਜਿਹੜੀ ਅਨਾਊਂਸਮੈਂਟ ਕੀਤੀ ਗਈ ਹੈ ਕਿ ਜਦੋਂ ਵੀ ਜਿਹੜੇ ਰੀਜਨਸ ਖੁੱਲਣਗੇ, ਲੈਟਸ ਸੇ ਆਪਣਾ ਪੀਲ ਰੀਜਨ ਜਿਹੜਾ ਗ੍ਰੇ ਲੌਕ ਹੈਗਾ ਸੀ ਉਹਦੇ ਵਿੱਚ ਕਲਰ ਕੋਡਡ ਸਿਸਟਮ ਦੇ ਵਿੱਚ, ਸੋ ਆਪਾਂ ਵਾਪਸ ਗ੍ਰੇ ਦੇ ਵਿੱਚ ਜਾਵਾਂਗੇ ਜਦੋਂ ਰੀਜਨ ਜਿਹੜਾ ਆਪਣਾ ਓਪਨ ਹੋਊਗਾ। ਫਿਰ ਉਹਨੂੰ ਆਬਜ਼ਰਵ ਕੀਤਾ ਜਾਊਗਾ ਕੋਈ ਹਫ਼ਤੇ 10 ਦਿਨ ਦੇ ਲਈ ਕਿ ਜੇ ਆਪਣੇ ਕੇਸਿਸ ਜਿਹੜੇ ਆਪਾਂ ਦੇਖ ਰਹੇ ਹਾਂ, ਕਿਉਂਕਿ ਜਦੋਂ ਆਪਣਾ ਰੀਜਨ ਲਾਕਡਾਊਨ ਦੇ ਵਿੱਚ ਗਿਆ ਸੀ ਆਪਣੇ ਕੇਸਿਸ ਇੱਥੇ ਕਾਫੀ ਆ ਰਹੇ ਸੀ, 500-600 ਕੇਸ ਜਿਹੜਾ ਪੀਲ ਰੀਜਨ ਦੇ ਵਿੱਚ ਆ ਰਿਹਾ ਸੀ ਡੇਲੀ, ਹੁਣ ਜਿਹੜਾ ਵਾ 200-250 ਰਹਿ ਗਿਆ। ਸੋ ਉਹਨੂੰ ਆਬਜ਼ਰਵ ਕੀਤਾ ਜਾਊਗਾ ਹਫ਼ਤੇ ਦੇ ਲਈ ਕਿ ਜੇ ਕੇਸਿਸ ਡਾਊਨ ਆ ਜਿਹੜੀਆਂ ਫਿਰ ਹੋਰ ਰਿਸਟ੍ਰਿਕਸ਼ਨਸ ਜਿਹੜੀਆਂ ਵਾ ਹੌਲੀ-ਹੌਲੀ ਜਿਹੜੀਆਂ ਚੁੱਕ ਦਿੱਤੀਆਂ ਜਾਣਗੀਆਂ। ਬਟ ਇਹਨਾਂ ਨੂੰ ਹਫ਼ਤੇ 10 ਦਿਨ ਲਈ ਜਿਹੜੇ ਵੀ ਹੈਗੇ ਆ ਕਲਰ ਕੋਡਡ ਸਿਸਟਮ ਜਿਹੜਾ ਹੈਗਾ ਉਹਨੂੰ ਆਬਜ਼ਰਵ ਕਰਕੇ ਜੇ ਕੋਈ ਜਿਹੜਾ ਰੀਜਨ ਆ ਵਧੀਆ ਉਹਦੇ ਵਿੱਚ ਕਰ ਰਿਹਾ ਵਾ, ਨੰਬਰਸ ਡਾਊਨ ਜਾ ਰਹੇ ਆ, ਤੇ ਉਹਨਾਂ ਦੇ ਉੱਤੇ ਰਿਸਟ੍ਰਿਕਸ਼ਨਸ ਉਹਦਾ ਲਿਫਟ ਕੀਤੀਆਂ ਜਾਣਗੀਆਂ। ਜੀ, ਪਰ ਜਿਹੜੇ ਲੇਟੈਸਟ ਮਾਡਲਿੰਗ ਡਾਟਾ ਆਏ ਨੇ ਉਹਨਾਂ ਵਿੱਚ ਅਸੀਂ ਦੇਖਿਆ ਕਿ ਕੋਵਿਡ ਵੇਰੀਐਂਟਸ ਤੇ ਜਿਹੜੀ ਹੈਗੀ ਹੈ ਇੱਕ ਚਿੰਤਾ ਜਤਾਈ ਜਾ ਰਹੀ ਹੈ ਕਿ ਜਿਸ ਤਰ੍ਹਾਂ ਉਹ ਸਪਰੈਡ ਹੋ ਰਿਹਾ ਹੈ, ਤੇ ਮਾਡਲਿੰਗ ਡਾਟਾ ਤੋਂ ਬਾਅਦ ਐਨਡੀਪੀ ਪਾਰਟੀ ਦੀ ਗੱਲ ਕਰੀਏ ਤਾਂ ਉਹਨਾਂ ਦੀ ਲੀਡਰ ਦਾ ਵੀ ਇਹੀ ਕਹਿਣਾ ਹੈ ਕਿ ਪ੍ਰੀਮੀਅਰ ਨੂੰ ਦੁਬਾਰਾ ਸੋਚਣਾ ਚਾਹੀਦਾ ਹੈ ਪ੍ਰੋਵਿੰਸ ਨੂੰ ਇੰਨੀ ਜਲਦੀ ਗ੍ਰੈਜੂਅਲੀ ਰੀਓਪਨ ਕਰਨ ਤੋਂ ਪਹਿਲਾਂ। ਇਸ ਦੇ ਬਾਰੇ ਕੀ ਕਹੋਗੇ? ਨੋ ਡਾਊਟ ਜੀ, ਜਿਹੜੇ ਨਵੇਂ ਵੇਰੀਐਂਟਸ ਆ ਕਾਫੀ ਕੰਸਰਨਿੰਗ ਆ। ਸਾਡੀ ਵੀ ਕੱਲ ਮੀਟਿੰਗ ਹੋਈ ਸੀ, ਜਿਹੜੇ ਹੈਲਥ ਅਫੀਸ਼ੀਅਲਸ ਹੈਗੇ ਆ, ਨਵੀਂ ਮਾਡਲਿੰਗ ਵੀ ਜਿਹੜੀ ਪ੍ਰੋਜੈਕਸ਼ਨਸ ਆਈਆਂ ਵਾ ਉਹਦੇ ਵਿੱਚ ਦੱਸਿਆ ਗਿਆ ਕਿ ਜਿਹੜੇ ਕੇਸਿਸ ਆ ਦੁਬਾਰਾ ਮਾਰਚ ਦੇ ਵਿੱਚ ਵੱਧ ਸਕਦੇ ਆ ਜਦੋਂ ਰੀਓਪਨਿੰਗ ਹੋਊਗੀ, ਕਿਉਂਕਿ ਵੇਰੀਐਂਟਸ ਜਿਹੜੇ ਨਵੇਂ ਵੇਰੀਐਂਟਸ ਆ ਕਾਫੀ ਕੰਟੇਜੀਅਸ ਹੈ, ਜ਼ਿਆਦਾ ਜਲਦੀ ਸਪਰੈਡ ਹੁੰਦੇ ਆ। ਸੋ ਗਵਰਨਮੈਂਟ ਜਿਹੜੀ ਨੂੰ ਕਾਫੀ ਕਲੋਜ਼ਲੀ ਵਾਚ ਕਰ ਰਹੀ ਆ। ਜੇ ਕੱਲ ਨੂੰ ਲੱਗੂਗਾ, ਪ੍ਰੀਮੀਅਰ ਨੇ ਆਲਰੇਡੀ ਕਹਿ ਚੁੱਕੇ ਆ ਕਿ ਜੇ ਕੱਲ ਨੂੰ ਸਾਨੂੰ ਲੱਗਦਾ ਕਿ ਜਿਹੜੇ ਨੰਬਰਸ ਦੁਬਾਰਾ ਵੱਧ ਰਹੇ ਆ
ਤੇ ਦੁਬਾਰਾ ਜਿਹੜਾ ਰੀਜਨਸ ਉਹਨਾਂ ਨੂੰ ਲੋਕਡਾਊਨ ਕਰ ਦਿੱਤਾ ਜਾਊਗਾ ਜੇ ਕੋਈ ਰੀਜਨ ਜਿਹੜਾ ਪ੍ਰੋਪਰਲੀ ਜਿਹੜਾ ਫੋਲੋ ਨਹੀਂ ਕਰ ਰਿਹਾ। ਸੋ ਕਲੋਜ਼ਲੀ ਕਾਫੀ ਅਸੀਂ ਇਹਨੂੰ ਮੋਨੀਟਰ ਕਰ ਰਹੇ ਹਾਂ। ਜੇ ਵੇਰੀਐਂਟਸ ਦੇ ਨਾਲ ਨੋ ਡਾਊਟ ਕਾਫੀ ਸਪਰੈਡ ਹੁੰਦੇ ਆ। ਸੋ ਇਹ ਜਿਹੜੇ ਹੈਗੇ ਹੈਲਥ ਅਫੀਸ਼ੀਅਲਸ ਉਹਨਾਂ ਦੀ ਪੂਰਾ ਧਿਆਨ ਰਹੂਗਾ ਕਿ ਜੇ ਸਪਰੈਡ ਜ਼ਿਆਦਾ ਹੋ ਰਿਹਾ ਵਾ ਰੀਜਨਸ ਨੂੰ ਵਾਪਸ ਜਿਹੜੀਆਂ ਸਟ੍ਰਿਕਸ਼ਨਸ ਜਿਹੜੀਆਂ ਲਾ ਦਿੱਤੀਆਂ ਜਾਣਗੀਆਂ। ਪਰ ਹੈਲਥ ਅਫੀਸ਼ੀਅਲਸ ਦੀ ਜਿਵੇਂ ਤੁਸੀਂ ਗੱਲ ਕਰ ਰਹੇ ਹੋ, ਪੀਲ ਦੇ ਜਿਹੜੇ ਡਾਕਟਰ ਹੈਗੇ ਆ, ਡਾਕਟਰ ਲਾਰੈਂਸ ਲੂ, ਉਹਨਾਂ ਦਾ ਕਹਿਣਾ ਹੈ ਕਿ ਸਕੂਲ ਖੋਲ੍ਹਣ ਤੋਂ ਇੱਕ ਹਫ਼ਤਾ ਬਾਅਦ ਹੀ ਰੀਜਨ ਨੂੰ ਓਪਨ ਕਰਨਾ ਸੇਫ ਨਹੀਂ ਹੋ ਸਕਦਾ, ਕਿਉਂਕਿ ਇਹਦੇ ਵਿੱਚ ਜਿਹੜੇ ਹੈਲਥ ਅਫੀਸ਼ੀਅਲਸ ਨੇ ਉਹਨਾਂ ਨੂੰ ਪੂਰਾ ਸਮਾਂ ਨਹੀਂ ਮਿਲਦਾ ਹੈ ਕਿ ਕਮਿਊਨਿਟੀ ਸਪਰੈਡ ਜਿਹੜਾ ਹੈਗਾ ਉਸ ਨੂੰ ਪੂਰੀ ਤਰ੍ਹਾਂ ਐਗਜ਼ਾਮਿਨ ਕੀਤਾ ਜਾਏ। ਦੇਖੋ ਵੈਲਿਡ ਕੰਸਰਨ ਹੈਗਾ। ਡਾਕਟਰ ਲੋ ਨਾਲ ਸਾਡੀ ਗੱਲਬਾਤ ਹੋਈ ਸੀ, ਅੱਜ ਵੀ ਸਵੇਰੇ ਸਾਡੀ ਜਿਹੜੀ ਪੀਲ ਰੀਜਨ ਦੇ ਐਮਪੀਪੀਸ ਹੈਗੇ ਉਹਨਾਂ ਨਾਲ ਬਰੀਫਿੰਗ ਹੁੰਦੀ ਹੈ ਡਾਕਟਰ ਲੋ ਦੀ। ਸੋ ਉਹ ਵੀ ਕਾਫੀ ਉਹਨਾਂ ਨੇ ਕੰਸਰਨ ਜਤਾਇਆ ਕਿ ਜਿਹੜੇ ਨਵੇਂ ਵੇਰੀਐਂਟਸ ਆ ਰਹੇ ਆ ਕਾਫੀ ਜਿੱਦਾਂ ਮੈਂ ਦੱਸਿਆ ਕਿ ਸਪਰੈਡ ਹੁੰਦੇ ਆ। ਉਹਨਾਂ ਦੇ ਨਾਲ ਹੀ ਸਾਡੀ ਗੱਲਬਾਤ ਹੋਈ ਸੀ, ਤਾਂ ਹੀ ਜਿਹੜੇ ਪੀਲ ਰੀਜਨ ਦੇ ਵਿੱਚ ਸਕੂਲ ਹੈਗੇ ਆ ਉਹਨਾਂ ਨੂੰ 10 ਦੀ ਬਜਾਏ ਜਿਹੜਾ 16 ਤਰੀਕ ਨੂੰ ਓਪਨ ਕੀਤਾ ਜਾ ਰਿਹਾ ਵਾ। ਬਟ ਜਿੱਦਾਂ ਮੈਂ ਪਹਿਲਾਂ ਹੀ ਮੈਂਸ਼ਨ ਕਰ ਚੁੱਕਾ ਕਿ ਜਿਹੜੀ ਇਕੋਨਮੀ ਨੂੰ ਗ੍ਰੈਜੂਅਲੀ ਓਪਨ ਕਰਨਾ ਇਹ ਨਹੀਂ ਹੈਗਾ ਕਿ ਜੇ 22 ਤਰੀਕ ਨੂੰ ਸਾਰੇ ਸਟੋਰਸ ਖੋਲ ਜਾਣਗੇ। ਸਟੋਰਸ ਨੋ ਡਾਊਟ ਜਿਹੜੇ ਬਿਜ਼ਨਸ ਆ ਪ੍ਰੋਵਿੰਸ ਦਾ ਹੈਗਾ ਧਿਆਨ ਕਿ ਜਿਹੜੇ ਬਿਜ਼ਨਸ ਓਪਨ ਕੀਤੇ ਜਾਣ, ਬਟ ਇਨ ਅ ਰਿਸਪੌਂਸਿਬਲ ਵੇ ਕਿ ਰਿਸਟ੍ਰਿਕਸ਼ਨਸ ਜਿਹੜੀਆਂ ਉਹਨਾਂ ਉੱਤੇ ਰਹਿਣਗੀਆਂ। ਜੇ ਕੋਈ ਗਰੋਸਰੀ ਸਟੋਰ ਹੈਗਾ ਉਹਦੇ ਵਿੱਚ 50% ਦੀ ਕੈਪੈਸਿਟੀ ਹੋਊਗੀ, ਜੇ ਕੋਈ ਰੀਟੇਲ ਸਟੋਰ ਹੈਗਾ ਉਹਦੇ ਵਿੱਚ 25% ਦੀ ਕੈਪੈਸਿਟੀ ਹੋਊਗੀ। ਸੋ ਰਿਸਟ੍ਰਿਕਸ਼ਨਸ ਜਿਹੜੀਆਂ ਇਨ ਪਲੇਸ ਰਹਿਣਗੀਆਂ। ਹੌਲੀ ਹੌਲੀ ਜੇ ਨੰਬਰਸ ਘਟਦੇ ਆ ਤੇ ਫਿਰ ਗ੍ਰੈਜੂਅਲੀ ਜਿਹੜੀਆਂ ਹੈਗੀਆਂ ਰਿਸਟ੍ਰਿਕਸ਼ਨਸ ਉਹਨਾਂ ਨੂੰ ਲਿਫਟ ਕੀਤਾ ਜਾਊਗਾ। ਬਟ ਸਟਾਰਟਿੰਗ ਦੇ ਵਿੱਚ ਜਿਹੜੀਆਂ ਰਿਸਟ੍ਰਿਕਸ਼ਨਸ ਆ ਉਹ ਤੁਸੀਂ ਦੇਖੋਗੇ ਕਾਫੀ ਰਿਸਟ੍ਰਿਕਸ਼ਨਸ ਜਿਹੜੀਆਂ ਹੋਣਗੀਆਂ, ਐਨਫੋਰਸਮੈਂਟ ਜਿਹੜੀ ਆ ਕਾਫੀ ਹੋਊਗੀ ਕਿ ਆਪਾਂ ਜਿਹੜਾ ਵੇਰੀਐਂਟਸ ਨਵੇਂ ਆਏ ਜਿਹੜੇ ਸਪਰੈਡ ਹੋਣਗੇ ਇਹਨਾਂ ਨੂੰ ਰੋਕਿਆ ਜਾ ਸਕੇ। ਜੀ, ਪਰ ਜਿਵੇਂ ਤੁਸੀਂ ਰੈਸਟ੍ਰਿਕਸ਼ਨਸ ਦੀ ਗੱਲ ਕਰ ਰਹੇ ਹੋ, ਖਾਸ ਤੌਰ ਤੇ ਰੀਟੇਲ ਸਟੋਰਸ ਦੀ ਗੱਲ ਕਰੀਏ, ਸਟੋਰਸ ਹੁਣ ਖੁੱਲ ਰਹੇ ਨੇ ਜਿਵੇਂ ਤੁਸੀਂ ਦੱਸਿਆ ਕਿ ਕੈਪੈਸਿਟੀ ਲਿਮਿਟ ਦੇ ਨਾਲ ਖੁੱਲਣਗੇ, ਪਰ ਸਟੇ ਐਟ ਹੋਮ ਆਰਡਰ ਵਿੱਚ ਵੀ ਅਸੀਂ ਦੇਖਿਆ ਕਿ ਜਦੋਂ ਜਿਹੜੇ ਸਟੋਰਸ ਓਪਨ ਸੀਗੇ, ਜਦੋਂ ਬਲਿਟਸ ਕੀਤੇ ਗਏ, ਇਨਸਪੈਕਸ਼ਨ ਕੀਤੀ ਗਈ ਤਾਂ ਕਾਫੀ ਟਿਕਟਸ ਇਸ਼ੂ ਕੀਤੀਆਂ ਗਈਆਂ, ਹਜੇ ਸਟੇ ਐਟ ਹੋਮ ਆਰਡਰ ਸੀਗਾ। ਤੇ ਹੁਣ ਜਦੋਂ ਓਪਨਿੰਗ ਹੋ ਰਹੀ ਹੈ ਉਦੋਂ ਵੀ ਇਸੇ ਤਰ੍ਹਾਂ ਬਲਿਟਸ ਇਨਸਪੈਕਸ਼ਨ ਜਾਰੀ ਰਹਿਣਗੀਆਂ ਤੇ ਟਿਕਟਸ ਇਸ਼ੂ ਕੀਤੀਆਂ ਜਾਣਗੀਆਂ। ਬਿਲਕੁਲ, ਤੁਸੀਂ ਬਹੁਤ ਵਧੀਆ ਚੀਜ਼ ਹਾਈਲਾਈਟ ਕੀਤੀ ਹੈ। ਸਭ ਤੋਂ ਵੱਧ ਜਿੱਦਾਂ ਮੈਂ ਮੈਂਸ਼ਨ ਕੀਤਾ ਸੀ ਇਨਫੋਰਸਮੈਂਟ ਇਸ ਪਰ ਕਾਫੀ ਰਹੀ ਆ, ਕਿਉਂਕਿ ਆਪਾਂ ਦੇਖਦੇ ਹਾਂ ਪਹਿਲਾਂ ਵੀ ਜਿਹੜੇ ਲਾਕਡਾਊਨ ਹੋਏ ਸੀ ਇਨਫੋਰਸਮੈਂਟ ਇੰਨਾ ਜ਼ਿਆਦਾ ਨਹੀਂ ਸੀ ਹੈਗੀ। ਜਿਹੜੇ ਬਿਜ਼ਨਸ ਹੈਗੇ ਆ ਖਾਸ ਕਰਕੇ ਜਿਹੜੇ ਬਿਗ ਬਾਕਸ ਸਟੋਰ ਹੈਗੇ ਆ ਉਹ ਕਈ ਵਾਰ ਜਿਹੜੀਆਂ ਗਵਰਨਮੈਂਟ ਵੱਲੋਂ ਜਿਹੜੀਆਂ ਰਿਸਟ੍ਰਿਕਸ਼ਨਸ ਲਾਈਆਂ ਗਈਆਂ ਉਹਨੂੰ ਪ੍ਰੋਪਰਲੀ ਜਿਹੜਾ ਇਨਫੋਰਸ ਨਹੀਂ ਸੀ ਕਰਦੇ। ਸੋ ਇਸ ਵਾਰ ਇਨਫੋਰਸਮੈਂਟ ਦੇ ਨਾਲ ਜਿਹੜੀਆਂ ਕਾਫੀ ਟਿਕਟਸ ਜਿਹੜੀਆਂ ਇਸ਼ੂ ਕੀਤੀਆਂ ਗਈਆਂ ਬਿਜ਼ਨਸਿਸ ਨੂੰ, ਜਿਹੜੇ ਬਿਜ਼ਨਸ ਜਿਹੜੇ ਹੈਗੇ ਆ ਉਹ ਫੋਲੋ ਨਹੀਂ ਕਰ ਰਹੇ ਜਿਹੜੇ ਪ੍ਰੋਟੋਕੋਲਸ ਹੈਗੇ ਆ। ਸੋ ਇਹ ਇਦਾਂ ਹੀ ਰਹਿਣਗੇ ਜੀ। ਜਿੱਦਾਂ ਮੈਂ ਮੈਂਸ਼ਨ ਕੀਤਾ ਕਿ ਈਵਨ ਜੇ 22 ਤਰੀਕ ਨੂੰ ਜੇ ਆਪਣਾ ਰੀਜਨ ਖੁੱਲਦਾ ਵੀ ਆ, ਇਨਫੋਰਸਮੈਂਟ ਜਿਹੜੀ ਹੈਗੀ ਆ, ਜਿਹੜੇ ਇੰਸਪੈਕਟਰਸ ਜਿਹੜੇ ਹੈਗੇ ਆ, ਈਵਨ ਜਿਹੜੇ ਸਾਡੇ ਮਿਨਿਸਟਰ ਆਫ ਲੇਬਰ ਹੈਗੇ ਆ ਮੌਂਟੀ ਮੈਕਨਾਟਨ, ਉਹਨਾਂ ਨੇ ਵੀ ਦੱਸਿਆ ਸੀ ਕਿ ਜਿਹੜੇ ਕਿੰਨੀਆਂ ਟਿਕਟਸ ਜਿਹੜੀਆਂ ਇਸ਼ੂ ਕੀਤੀਆਂ ਗਈਆਂ ਜਿਹੜੇ ਬਿਜ਼ਨਸ ਜਿਹੜੇ ਪ੍ਰੋਟੋਕੋਲਸ ਨਹੀਂ ਫੋਲੋ ਕਰਦੇ। ਸੋ ਇਹ ਜਿਹੜੀਆਂ ਰਿਸਟ੍ਰਿਕਸ਼ਨਸ ਆ ਇਹ ਜਿਹੜੇ ਜੇ ਨਹੀਂ ਫੋਲੋ ਕਰਦੇ ਇਦਾਂ ਟਿਕਟਸ ਜਿਹੜੀਆਂ ਦੁਬਾਰਾ ਵੀ ਜਿਹੜੀਆਂ ਇਸ਼ੂ ਕੀਤੀਆਂ ਜਾਣਗੀਆਂ। ਸੋ ਬਿਜ਼ਨਸਿਸ ਨੂੰ ਮੇਰੀ ਅਪੀਲ ਆ ਕਿ ਤੁਸੀਂ ਜਦੋਂ ਰਿਸਟ੍ਰਿਕਸ਼ਨਸ ਲਿਫਟ ਹੁੰਦੀਆਂ ਵਾ ਤੁਸੀਂ ਸਾਰੀਆਂ ਜਿਹੜੀਆਂ ਪ੍ਰੋਟੋਕੋਲਸ ਜਿਹੜੇ ਗਵਰਨਮੈਂਟ ਵੱਲੋਂ ਇਨ ਪਲੇਸ ਕੀਤੇ ਗਏ ਉਹਨਾਂ ਨੂੰ ਫੋਲੋ ਕਰੋ, ਤਾਂ ਕਿ ਜਿਹੜਾ ਸੇਫਲੀ ਆਪਾਂ ਜਿਹੜੇ ਹੋਰ ਬਿਜ਼ਨਸ ਹੈਗੇ ਆ ਸੇਫਲੀ ਜਿਹੜਾ ਆਪਾਂ ਕਹਿ ਲਓ ਕਿ ਜਿਹੜੀਆਂ ਰਿਸਟ੍ਰਿਕਸ਼ਨਸ ਲੱਗੀਆਂ ਉਹਨਾਂ ਨੂੰ ਸੇਫਲੀ ਲਿਫਟ ਕੀਤਾ ਜਾ ਸਕੇ। ਜੀ, ਵੈਸੇ ਤਾਂ ਹਰ ਕਿਸੇ ਦੀ ਆਪਣੀ ਇੱਕ ਮੋਰਲ ਰਿਸਪੌਂਸਿਬਿਲਿਟੀ ਬਣਦੀ ਹੈ ਕਿ ਜਦੋਂ ਇਸ ਤਰ੍ਹਾਂ ਦੇ ਇੱਕ ਪੈਂਡੈਮਿਕ ਚੱਲ ਰਿਹਾ ਹੈ ਤਾਂ ਗਾਈਡਲਾਈਨਸ ਨੂੰ ਫੋਲੋ ਕਰਨ, ਪ੍ਰੋਟੋਕੋਲਸ ਨੂੰ ਫੋਲੋ ਕਰਨ, ਪਰ ਹਜੇ ਵੀ ਕੁਝ ਲੋਕ ਨੇ ਜੋ ਰੀਜਨ ਟੂ ਰੀਜਨ ਟਰੈਵਲ ਕਰ ਰਹੇ ਨੇ, ਜਾਂ ਫਿਰ ਜਦੋਂ ਰਿਸਟ੍ਰਿਕਸ਼ਨਸ ਇੱਕ ਸੂਬੇ ਵਿੱਚ ਇੱਕ ਰੀਜਨ ਵਿੱਚ ਹੁੰਦੀਆਂ ਦੂਜੇ ਵਿੱਚ ਨਹੀਂ ਹੁੰਦੀਆਂ ਤਾਂ ਉਹ ਉੱਧਰ ਜਾਂਦੇ ਨੇ। ਇਸ 'ਤੇ ਕਿਵੇਂ ਨਜ਼ਰ ਰੱਖੀ ਜਾਏਗੀ, ਕਿਉਂਕਿ ਅਸੀਂ ਹੁਣੇ ਵੀ ਦੇਖ ਰਹੇ ਹਾਂ ਕਿ ਹੋਟਲ ਬੁਕਿੰਗਸ ਤਾਂ ਲੈ ਰਹੇ ਨੇ, ਤੇ ਜਦੋਂ ਹੋਟਲ ਬੁਕਿੰਗਸ ਲੈ ਰਹੇ ਨੇ ਤਾਂ ਡੈਫੀਨੇਟਲੀ ਲੋਕ ਟਰੈਵਲ ਕਰਨਗੇ। ਬਹੁਤ ਵਧੀਆ ਤੁਸੀਂ ਪੁਆਇੰਟ ਹਾਈਲਾਈਟ ਕੀਤਾ ਰੁਪਿੰਦਰ ਜੀ। ਇਹ ਦੇਖੋ ਗਵਰਨਮੈਂਟ ਜਿਹੜੀ ਆ ਇਨਕਰੇਜ ਕਰ ਰਹੀ ਆ ਸਾਰੇ ਜਿੰਨੇ ਵੀ ਹੈਗੇ ਕਿ ਤੁਸੀਂ ਰੀਜਨ ਟੂ ਰੀਜਨ ਟਰੈਵਲ ਨਾ ਕਰੋ, ਬਟ ਇਹਦੇ ਉੱਪਰ ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ ਕਿ ਤੁਸੀਂ ਜੇ ਤੁਹਾਨੂੰ ਰੀਜਨ ਟੂ ਰੀਜਨ ਟਰੈਵਲ ਨਹੀਂ ਕਰ ਸਕਦੇ। ਲੇਕਿਨ ਗਵਰਨਮੈਂਟ ਇਨਕਰੇਜ ਕਰ ਰਹੀ ਹੈ ਕਿ ਜੇ ਤੁਹਾਨੂੰ ਕੋਈ ਜ਼ਰੂਰੀ ਕੰਮ ਨਹੀਂ ਹੈਗਾ ਤੁਸੀਂ ਨਾ ਦੂਸਰੇ ਰੀਜਨ ਦੇ ਵਿੱਚ ਟਰੈਵਲ ਕਰੋ। ਕਈ ਰੀਜਨ ਜਿਹੜੇ ਹੈਗੇ ਆ ਉਹਨਾਂ ਨੇ ਆਲਰੇਡੀ ਆਪਣੇ ਉੱਥੇ ਰਿਸਟ੍ਰਿਕਸ਼ਨਸ ਲਾਈਆਂ ਕਿ ਜੇ ਕੋਈ ਰੈਸਟੋਰੈਂਟ ਲੈਟਸ ਸੇ ਓਪਨ ਆ ਤੇ ਉਹਨਾਂ ਨੇ ਦੂਜੇ ਰੀਜਨ ਤੋਂ ਕੋਈ ਜਾ ਕੇ ਉੱਥੇ ਰੈਸਟੋਰੈਂਟ ਜਾ ਕੇ ਬੈਠਾ ਉਹ ਸਰਵ ਨਹੀਂ ਕਰਨਗੇ। ਸੋ ਜਿਹੜੇ ਰੀਜਨਸ ਹੈਗੇ ਉਹ ਰਿਸਟ੍ਰਿਕਸ਼ਨਸ ਲਾ ਸਕਦੇ, ਬਟ ਗਵਰਨਮੈਂਟ ਜਿਹੜੀ ਆ ਉਹ ਇਨਕਰੇਜ ਕਰ ਰਹੀ ਹੈ ਸਾਰਿਆਂ ਨੂੰ ਕਿ ਤੁਸੀਂ ਪਲੀਜ਼ ਜੇ ਰੀਜਨ ਟੂ ਰੀਜਨ ਨਾ ਟਰੈਵਲ ਕਰੋ ਜੇ ਤੁਹਾਨੂੰ ਕੋਈ ਜ਼ਰੂਰੀ ਕੰਮ ਨਹੀਂ ਹੈਗਾ। ਬਟ ਇਹਦੇ ਵਿੱਚ ਕੋਈ ਰਿਸਟ੍ਰਿਕਸ਼ਨਸ ਨਹੀਂ ਹੈਗੀਆਂ ਇੱਦਾਂ ਦੀਆਂ ਕਿ ਤੁਸੀਂ ਨਹੀਂ ਟਰੈਵਲ ਕਰ ਸਕਦੇ, ਕਿਉਂਕਿ ਉਹ ਫਿਰ ਇੱਕ ਕਹਿ ਲਓ ਕਿ ਸਟੇਟ ਆਫ ਐਮਰਜੈਂਸੀ ਜਿੱਦਾਂ ਹੁਣ ਚੱਲ ਰਹੀ ਆ ਉਹਦੇ ਵਿੱਚ ਕਰਫਿਊ ਵਾਲਾ ਹੋ ਜਾਂਦੀ ਸਿਚੁਏਸ਼ਨ ਕਿ ਜੇ ਤੁਸੀਂ ਪੂਰਾ ਉਹਨੂੰ ਪ੍ਰੋਪਰਲੀ ਇੰਪਲੀਮੈਂਟ ਕਰਦੇ ਆ ਕਿ ਤੁਸੀਂ ਇੱਕ ਰੀਜਨ ਤੋਂ ਦੂਜੇ ਰੀਜਨ ਨਹੀਂ ਟਰੈਵਲ ਕਰ ਸਕਦੇ, ਬਟ ਲੇਕਿਨ ਗਵਰਨਮੈਂਟ ਜਿਹੜੀ ਆ ਇਹਨੂੰ ਇਨਕਰੇਜ ਕਰ ਰਹੀ ਕਿ ਤੁਸੀਂ ਨਾ ਟਰੈਵਲ ਕਰੋ। ਜੀ, ਪ੍ਰੀਮੀਅਰ ਨੇ ਜਦੋਂ ਮੈਂਸ਼ਨ ਕੀਤਾ ਕਿ ਐਮਰਜੈਂਸੀ ਬ੍ਰੇਕ ਲਈ ਗਵਰਨਮੈਂਟ ਤਿਆਰ ਹੈਗੀ ਹੈ, ਤਾਂ ਐਮਰਜੈਂਸੀ ਬ੍ਰੇਕ ਇਹੀ ਮੰਨੀਏ ਕਿ ਜਦੋਂ ਜੇ ਕੇਸਿਸ ਫਿਰ ਤੋਂ ਉੱਪਰ ਜਾਂਦੇ ਆ ਤਾਂ ਐਨੀ ਟਾਈਮ ਫਿਰ ਤੋਂ ਰਿਸਟ੍ਰਿਕਸ਼ਨਸ ਜਿਹੜੀਆਂ ਹੈਗੀਆਂ ਸਟ੍ਰਿਕਟ ਕੀਤੀਆਂ ਜਾ ਸਕਦੀਆਂ।
ਬਿਲਕੁਲ ਜੀ, ਬਿਲਕੁਲ ਜਿੱਦਾਂ ਪ੍ਰੀਮੀਅਰ ਨੇ ਕਿਹਾ ਸੀ ਕਿ ਜਿੱਦਾਂ ਆਪਾਂ ਵੀ ਮੈਂਸ਼ਨ ਕੀਤਾ ਕਿ ਜਿਹੜੇ ਵੇਰੀਐਂਟਸ ਨਵੇਂ ਆ ਕਾਫੀ ਕੰਟੇਜੀਅਸ ਆ, ਬਹੁਤ ਜਲਦੀ ਜਿਹੜੇ ਸਪਰੈਡ ਹੁੰਦੇ ਆ। ਚਾਹੇ ਉਹ ਆਪਣਾ ਯੂਕੇ ਵੇਰੀਐਂਟ ਹੈਗਾ, ਸਾਊਥ ਅਫਰੀਕਨ ਹੈਗਾ ਜਾਂ ਬ੍ਰਾਜ਼ੀਲੀਅਨ ਜਿਹੜਾ ਵੇਰੀਐਂਟ ਆ। ਸੋ ਇਹ ਕਾਫੀ ਕੰਸਰਨਿੰਗ ਹੈਗਾ ਵਾ। ਪ੍ਰੋਵਿੰਸ ਇਹਨੂੰ ਕਾਫੀ ਕਲੋਜ਼ਲੀ ਵਾਚ ਕਰ ਰਹੀ ਆ, ਜਿਹੜੇ ਆਪਣੇ ਹੈਲਥ ਅਫੀਸ਼ੀਅਲ ਦਾ ਕਾਫੀ ਕਲੋਜ਼ਲੀ ਵਾਚ ਕਰ ਰਹੇ ਆ। ਜੇ ਪ੍ਰੀਮੀਅਰ ਨੇ ਇਹ ਚੀਜ਼ ਮੈਂਸ਼ਨ ਕੀਤੀ ਹੈ ਕਿ ਜੇ ਦੁਬਾਰਾ ਕੇਸਿਸ ਵੱਧਦੇ ਆ ਤੇ ਗਵਰਨਮੈਂਟ ਜਿਹੜੀ ਆ ਸਟ੍ਰਿਕਟ ਐਕਸ਼ਨ ਦੁਬਾਰਾ ਜਿਹੜੀ ਲੈ ਸਕਦੀ ਆ। ਸੋ ਅਸੀਂ ਸਾਰੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸੇ ਨਾ ਕਿਸੇ ਤਰੀਕੇ ਜਿਹੜਾ ਥਰਡ ਲਾਕਡਾਊਨ ਜਿਹੜਾ ਉਹਨੂੰ ਅਵੋਇਡ ਕੀਤਾ ਜਾਵੇ। ਬਟ ਜੇ ਲੋਕਾਂ ਦੀ ਹੈਲਥ ਤੇ ਸੇਫਟੀ ਸਾਡੀ ਗਵਰਨਮੈਂਟ ਦੀ ਟੌਪ ਪ੍ਰਾਇੋਰਟੀ ਹੈਗੀ ਆ। ਜੇ ਕੱਲ ਨੂੰ ਲੱਗਦਾ ਕੇਸਿਸ ਦੁਬਾਰਾ ਵੱਧ ਰਹੇ ਆ ਤੇ ਦੁਬਾਰਾ ਰੈਸਟ੍ਰਿਕਸ਼ਨਸ ਜਿਹੜੀਆਂ ਇਨ ਪਲੇਸ ਜਿਹੜੀਆਂ ਇਹ ਡੈਫੀਨਿਟਲੀ ਜਿਹੜੀਆਂ ਕੀਤੀਆਂ ਜਾ ਸਕਦੀਆਂ। ਜੀ ਬਿਲਕੁਲ, ਹੈਲਥ ਐਂਡ ਸੇਫਟੀ ਟੌਪ ਪ੍ਰਾਇੋਰਿਟੀ ਹੈ, ਪਰ ਵੈਕਸੀਨ ਇੱਕ ਹੋਪ ਹੈਗੀ ਹੈ ਲੋਕਾਂ ਲਈ। ਪਰ ਵੈਕਸੀਨ ਨੂੰ ਲੈ ਕੇ ਵੀ ਅਸੀਂ ਦੇਖਿਆ ਕਿ ਪਹਿਲਾਂ ਵੈਕਸੀਨ ਦੀ ਜੋ ਸ਼ੁਰੂਆਤ ਹੋਈ, ਫਿਰ ਸਪਲਾਈ ਘੱਟ ਹੋ ਗਈ, ਫਿਰ ਪ੍ਰੋਵਿੰਸ ਵੱਲੋਂ ਫੈਡਰਲ ਤੇ ਦਬਾਅ ਵੀ ਪਾਇਆ ਜਾ ਰਿਹਾ ਹੈ। ਹੁਣ ਰੀਜਨਸ ਵੱਲੋਂ ਵੈਕਸੀਨੇਸ਼ਨ ਕਲੀਨਿਕ ਖੋਲ੍ਹਣ ਦੀ ਗੱਲ ਤਾਂ ਕੀਤੀ ਜਾ ਰਹੀ ਹੈ, ਪਰ ਉਹਨਾਂ ਨੇ ਵੀ ਇਹ ਕਹਿਤਾ ਹੈ ਕਿ ਜਦੋਂ ਬੈਟਰ ਸਪਲਾਈ ਹੋਏਗੀ ਉਦੋਂ ਹੀ ਵੈਕਸੀਨੇਸ਼ਨ ਕਲੀਨਿਕ ਦੀ ਓਪਨਿੰਗ ਹੋਏਗੀ। ਤਾਂ ਵੈਕਸੀਨ ਨੂੰ ਲੈ ਕੇ ਇਸ ਵੇਲੇ ਓਨਟਾਰੀਓ ਦਾ ਕੀ ਅਪਡੇਟ ਹੈਗਾ ਹੈ? ਕਦੋਂ ਤੱਕ ਟੀਚਾ ਹੈਗਾ ਹੈ ਕਿ ਟਾਰਗੇਟ ਹੈਗਾ ਹੈ ਕਿ ਓਨਟਾਰੀਅਨਸ ਨੂੰ ਵੈਕਸੀਨੇਟ ਕਰ ਦਿੱਤਾ ਜਾਏਗਾ? ਦੇਖੋ ਜੀ, ਵੈਕਸੀਨੇਸ਼ਨ ਬਹੁਤ ਇੰਪੋਰਟੈਂਟ ਆ। ਚੀਜ਼ ਨੂੰ ਆਪਣਾ ਕਹਿ ਲਓ ਕਿ ਇਹ ਤੋਂ ਚੀਜ਼ ਤੋਂ ਓਵਰਕਮ ਹੋਣ ਲਈ COVID-19 ਤੋਂ ਜੇ ਆਪਾਂ ਦੁਬਾਰਾ ਜੇ ਲਾਈਫ ਜਿਹੜੀ ਬੈਕ ਟੂ ਨਾਰਮਲ ਆਉਣੀ, ਵੈਕਸੀਨੇਸ਼ਨ ਉਹਦੇ ਲਈ ਬਹੁਤ ਇੰਪੋਰਟੈਂਟ ਹੈਗੀ ਆ। ਸੋ ਪ੍ਰੋਵਿੰਸ ਨੇ ਇੱਕ ਜਿਹੜੀ ਟੀਮ ਬਣਾਈ ਸੀ, ਜਨਰਲ ਰਿਕ ਹਿਲੀਅਰ ਜਿਹੜੇ ਸਾਡੇ ਹੈਗੇ ਆ, ਉਹਨਾਂ ਦੀ ਅਗਵਾਈ ਦੇ ਵਿੱਚ ਨਾਲ ਜਿਹੜੇ ਆਪਣੇ ਹੈਲਥ ਮਿਨਿਸਟਰ ਹੈਗੇ ਆ, ਸੋਲਿਸਿਟਰ ਜਨਰਲ ਜਿਹੜੇ ਹੈਗੇ ਉਹਨਾਂ ਦੀ ਅਗਵਾਈ ਦੇ ਵਿੱਚ ਟੀਮ ਬਣੀ ਆ। ਸੋ ਜਿਹੜੀ ਇੰਟੀਰੀਅਰ ਗਵਰਨਮੈਂਟ ਆ ਉਹ ਰੈਡੀ ਆ। ਸਾਡਾ ਪਲਾਨ ਹੈਗਾ ਸੀ 40 to 50,000 ਜਿਹੜੇ ਪਰ ਦਿਨ ਦੇ ਵਿੱਚ ਅਸੀਂ ਲੋਕਾਂ ਨੂੰ ਵੈਕਸੀਨੇਟ ਕਰਨ ਦੀ ਸਾਡੇ ਕੋਲ ਕੈਪੈਸਿਟੀ ਹੈਗੀ ਹੈ, ਕੈਪੇਬਿਲਿਟੀ ਗਵਰਨਮੈਂਟ ਕੋਲ। ਲੇਕਿਨ ਜਿਹੜੀ ਵੈਕਸੀਨ ਦੀ ਸ਼ਾਰਟੇਜ ਇਸ ਵੇਲੇ ਉਹ ਡੈਫੀਨਿਟਲੀ ਇੱਕ ਗਵਰਨਮੈਂਟ ਲਈ ਚਿੰਤਾਜਨਕ ਚੀਜ਼ ਹੈ ਕਿ ਸਾਡਾ ਜਿਹੜਾ ਪਲਾਨ ਆ ਬਿਲਕੁਲ ਤਿਆਰ ਆ। ਈਵਨ ਪ੍ਰੀਮੀਅਰ ਨੇ ਮੈਂਸ਼ਨ ਕੀਤਾ ਸੀ ਕਿ ਫੇਸ 1 ਦੇ ਵਿੱਚ ਜਿਹੜੇ ਸਾਡੇ ਹੈਗੇ ਆ ਲੌਂਗ ਟਰਮ ਕੇਅਰ ਹੋਮਸ ਜਿਹੜੇ ਹੈਗੇ ਆ ਜਾਂ ਰਿਟਾਇਰਮੈਂਟ ਹੋਮਸ ਆ ਜਾਂ ਹੋਰ ਕੰਗਰੀਗੇਟ ਸੈਟਿੰਗਸ ਜਿਹੜੀਆਂ ਹੈਗੀਆਂ ਉਹਨਾਂ ਵਿੱਚ ਸਾਰਿਆਂ ਨੂੰ ਵੈਕਸੀਨੇਟ ਕੀਤਾ ਜਾਊਗਾ। ਤੇ ਮੈਜੋਰਟੀ ਆਫ ਦਾ ਜਿਹੜੇ 99% ਜਿਹੜੇ ਲੌਂਗ ਟਰਮ ਕੇਅਰ ਹੋਮਸ ਜਿਹੜੇ ਹੈਗੇ ਆ ਜੀ ਉਹ ਵੈਕਸੀਨੇਟ ਹੋ ਚੁੱਕੇ ਆ। ਤਾਂ ਹੀ ਆਪਾਂ ਦੇਖ ਰਹੇ ਹਾਂ ਅੱਜ ਕੱਲ੍ਹ ਡੈਥਸ ਜਿਹੜੀਆਂ ਘੱਟ ਹੋ ਰਹੀਆਂ, ਕਿਉਂਕਿ ਵੈਕਸੀਨੇਸ਼ਨ ਜਿਹੜੀ ਗਵਰਨਮੈਂਟ ਵੱਲੋਂ ਲੌਂਗ ਟਰਮ ਕੇਅਰ ਹੋਮਸ ਵਿੱਚ ਲੱਗ ਚੁੱਕੀਆਂ ਵਾ। ਜਿਹੜਾ ਸੈਕਿੰਡ ਜਿਹੜਾ ਫੇਸ ਸਾਡਾ ਹੈਗਾ ਉਹਦੇ ਵਿੱਚ 5 ਮਿਲੀਅਨ ਲੋਕਾਂ ਨੂੰ ਵੈਕਸੀਨੇਸ਼ਨ ਦਾ ਗਵਰਨਮੈਂਟ ਦਾ ਪਲਾਨ ਆ। ਜਿੱਦਾਂ ਮੈਂਸ਼ਨ ਮੈਂ ਕੀਤਾ ਕਿ 50,000 ਲੋਕਾਂ ਨੂੰ ਸਾਡਾ ਟੀਚਾ ਹੈਗਾ ਰੋਜ਼ ਅਸੀਂ ਵੈਕਸੀਨੇਟ ਕਰ ਸਕਦੇ ਹਾਂ। ਬਟ ਸ਼ਾਰਟੇਜ ਹੋਣ ਕਰਕੇ ਵੈਕਸੀਨੇਸ਼ਨ ਦੀ ਸਪਲਾਈ ਜਿਹੜੀ ਹੈ ਘੱਟ ਆ, ਉਹਦੇ ਕਰਕੇ ਇਸ ਵਾਰ ਜਿਹੜਾ ਸਾਡਾ ਪਲਾਨ ਹੈਗਾ ਸੀ ਉਹ ਕਾਫੀ 10-12,000 ਤੱਕ ਹੀ ਫਸਿਆ ਪਿਆ ਅਜੇ। ਸੋ ਜੋ ਸਾਨੂੰ ਸਪਲਾਈ ਆਊਗੀ ਵੈਕਸੀਨੇਸ਼ਨ ਦੀ, ਸਾਡੀ ਗਵਰਨਮੈਂਟ ਜਿਹੜੀ ਬਿਲਕੁਲ ਰੈਡੀ ਆ। ਜਿਹੜੇ ਨਵੇਂ ਸੈਂਟਰਸ ਖੁੱਲ ਰਹੇ ਆ, ਈਵਨ ਟੋਰਾਂਟੋ ਦੇ ਵਿੱਚ ਕਾਫੀ ਨਵੇਂ ਸੈਂਟਰਸ ਖੁੱਲੇ ਆ, ਪੀਲ ਦੇ ਵਿੱਚ ਵੀ ਖੁੱਲਣਗੇ। ਸੋ ਜਦੋਂ ਗਵਰਨਮੈਂਟ ਕੋਲ ਸਪਲਾਈ ਆ ਜਾਊਗੀ ਪੂਰੀ ਜੀ, ਦੇਖੋ ਸਾਡਾ ਪਲਾਨ ਹੋਊਗਾ ਕਿ 5 ਮਿਲੀਅਨ ਲੋਕਾਂ ਨੂੰ ਜਿਹੜਾ ਵਾ ਵੈਕਸੀਨੇਟ 1 ਮੰਥ ਦੇ ਵਿੱਚ ਕੀਤਾ ਜਾਵੇ। ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਥੈਂਕ ਯੂ ਸੋ ਮਚ ਐਂਡ ਸਟੇ ਸੇਫ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਫਿਲਹਾਲ ਸਮਾਂ ਹੋ ਗਿਆ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਜਾਣਾਂਗੇ ਰੁਖ ਆਪੋਜੀਸ਼ਨ ਪਾਰਟੀ ਦਾ ਤੇ ਦੇਖਾਂਗੇ ਕੀ ਕਹਿਣਾ ਹੈ ਆਪੋਜੀਸ਼ਨ ਪਾਰਟੀ ਦਾ ਪ੍ਰੋਵਿੰਸ ਦੀ ਰੀਓਪਨਿੰਗ ਤੇ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਅਸੀਂ ਗੱਲਬਾਤ ਕਰ ਰਹੇ ਹਾਂ ਓਨਟਾਰੀਓ ਪ੍ਰੋਵਿੰਸ ਦੀ ਰੀਓਪਨਿੰਗ ਤੇ ਹੁਣ ਗੱਲਬਾਤ ਕਰਦੇ ਹਾਂ ਬਰੈਂਪਟਨ ਸੈਂਟਰ ਤੋਂ ਮੈਂਬਰ ਆਫ ਪ੍ਰੋਵਿੰਸ਼ੀਅਲ ਪਾਰਲੀਮੈਂਟ ਸਾਰਾ ਸਿੰਘ ਦੇ ਨਾਲ ਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਪੋਜੀਸ਼ਨ ਪਾਰਟੀ ਦਾ ਕੀ ਕਹਿਣਾ ਹੈ ਪ੍ਰੋਵਿੰਸ ਦੀ ਰੀਓਪਨਿੰਗ ਤੇ। ਸਤਿ ਸ਼੍ਰੀ ਅਕਾਲ ਸਾਰਾ ਜੀ, ਬਹੁਤ-ਬਹੁਤ ਧੰਨਵਾਦ ਪੀਟੀਸੀ ਦੇ ਨਾਲ ਜੁੜਨ ਦੇ ਲਈ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ ਫॉर ਹੈਵਿੰਗ ਮੀ ਔਨ ਟੁਡੇ। ਜੀ ਇਟਸ ਅ ਪਲੇਜ਼ਰ। ਤੁਹਾਡੇ ਤੋਂ ਜਾਣਨਾ ਚਾਹਾਂਗੇ, ਫਸਟ ਆਫ ਆਲ ਕੰਗ੍ਰੈਚੁਲੇਸ਼ਨਸ ਔਨ ਯੋਰ ਨਿਊ ਰੋਲ। Oh, thank you so much. मैं बहुत honored and privileged है। बहुत बड़ी fight है, so बहुत humbled है कि मैंने opportunity मिली है। ਜੀ ਤੁਹਾਡੇ ਇਸ ਨਵੇਂ ਰੋਲ ਬਾਰੇ ਗੱਲਬਾਤ ਕਰਾਂਗੇ, ਪਰ ਸਭ ਤੋਂ ਪਹਿਲਾਂ ਜਾਣਨਾ ਚਾਹੁੰਦੇ ਹਾਂ ਕਿ ਹੁਣ ਜਿਵੇਂ ਪ੍ਰੀਮੀਅਰ ਵੱਲੋਂ ਅਨਾਉਂਸ ਕੀਤਾ ਗਿਆ ਹੈ ਕਿ ਹੌਲੀ-ਹੌਲੀ ਗ੍ਰੈਜੂਅਲੀ ਰੀਓਪਨਿੰਗ ਕੀਤੀ ਜਾਏਗੀ ਪ੍ਰੋਵਿੰਸ ਦੀ। ਵੀ ਆਲ ਅੰਡਰਸਟੈਂਡ ਕਿ ਗ੍ਰੈਜੂਅਲੀ ਰੀਓਪਨਿੰਗ ਹੋਣਾ ਬਹੁਤ ਜ਼ਰੂਰੀ ਹੈਗੀ ਹੈ ਬਿਜ਼ਨਸ ਲਈ ਵੀ ਤੇ ਲੋਕਾਂ ਦੀ ਮੈਂਟਲ ਹੈਲਥ ਲਈ ਵੀ। ਪਰ ਇਹ ਦੂਜੇ ਪਾਸੇ ਜਦੋਂ ਅਸੀਂ ਮਾਡਲਸ ਵੱਲ ਵੇਖਦੇ ਹਾਂ ਨਾ ਤਾਂ ਵੇਰੀਐਂਟਸ ਜਿਹੜੇ ਨੇ ਉਹ ਰੈਪਿਡਲੀ ਗਰੋ ਕਰਦੇ ਨੇ। ਹਾਊ ਮਚ ਵਰਿਡ, ਹਾਊ ਮਚ ਕੰਸਰਨਡ ਯੂ ਆਰ ਵਿਦ ਦ ਰੀਓਪਨਿੰਗ ਆਫ ਦ ਪ੍ਰੋਵਿੰਸ? I think ਸਾਰਿਆਂ ਦਾ ਬਹੁਤ ਕੰਸਰਨ ਹੈ। ਹੁਣ ਜੋ ਕਿ ਤੁਸੀਂ ਰੁਪਿੰਦਰ ਜੀ ਨੇ ਕਿਹਾ, ਆਬਵੀਅਸਲੀ ਬੈਲੈਂਸ ਹੋਣਾ ਚਾਹੀਦਾ ਹੈ ਪਬਲਿਕ ਹੈਲਥ ਐਂਡ ਇਕਨੋਮੀ ਦਾ। ਆਬਵੀਅਸਲੀ ਬੰਦਿਆਂ ਦਾ ਮੈਂਟਲ ਹੈਲਥ ਵੀ ਇੰਪੈਕਟ ਹੋਇਆ ਹੈ। ਪਰ ਜੇ ਅਸੀਂ ਰੀਓਪਨਿੰਗ ਕਰੂੰਗੇ ਇਸ ਪ੍ਰੋਵਿੰਸ ਦੇ ਵਿੱਚ, ਇਹ ਸਪੋਰਟਸ ਵੀ ਚਾਹੀਦੀਆਂ ਨਾਲ ਦੇ ਨਾਲ ਸਾਡੇ ਕਮਿਊਨਿਟੀ ਦੇ ਵਿੱਚ। ਜਦ ਹੁਣ ਅਸੀਂ ਇੱਥੇ ਬਰੈਂਪਟਨ ਦੇ ਸਿਚੁਏਸ਼ਨ ਦੇਖਦੇ ਹਾਂ, ਅਸੀਂ ਇੱਥੇ ਹੌਟ ਸਪੌਟ ਆ। ਐਕਚੁਅਲੀ ਸਾਡਾ ਡਾਕਟਰ ਲੋ ਪੀਲ ਰੀਜਨ ਦਾ ਮੈਡੀਕਲ ਆਫਿਸਰ ਕਹਿੰਦਾ ਕਿ ਜੇ ਇਹ ਸਪੋਰਟਸ ਨਹੀਂ ਹੋਣਗੇ ਨਾਲ ਦੇ ਨਾਲ, ਅਸੀਂ ਜ਼ਰੂਰ ਇੱਕ ਥਰਡ ਵੇਵ ਦੇਖੂਗੇ ਸਾਡੇ ਕਮਿਊਨਿਟੀ ਦੇ ਵਿੱਚ। ਸੋ ਤਾਂ ਹੀ ਅਸੀਂ ਬਹੁਤ ਕੰਸਰਨਡ ਹਾਂ ਕਿ ਇੱਕ ਪਾਸੇ ਤਾਂ ਰੀਓਪਨਿੰਗ ਹੁੰਦੀ ਹੈ, ਪਰ ਦੂਜੇ ਪਾਸੇ ਕੋਈ ਸਮਾਲ ਬਿਜ਼ਨੈਸਿਸ ਨੂੰ ਅਜੇ ਕੋਈ ਪ੍ਰੋਪਰ ਸਪੋਰਟਸ ਨਹੀਂ ਮਿਲੀਆਂ। ਪੇਡ ਸਿਕ ਡੇਜ਼ ਉਹਨਾਂ ਨੇ ਇੰਪਲੀਮੈਂਟ ਨਹੀਂ ਕੀਤੀਆਂ।
ਆਪਣੇ ਸਕੂਲਾਂ ਦੇ ਵਿੱਚ ਅਜੇ ਕਲਾਸਰੂਮਸ ਦੀ ਕਲਾਸ ਸਾਈਜ਼ਸ ਨੂੰ ਕੈਪ ਨਹੀਂ ਕੀਤਾ ਈਵਨ ਉਹਦੇ ਵਿੱਚ ਇਨਕਰੀਜ਼ ਟੈਸਟਿੰਗ ਵੀ ਨਹੀਂ ਇੰਪਲੀਮੈਂਟ ਕੀਤਾ ਸੋ ਹੁਣ ਜਦ ਅਸੀਂ ਸੋਚ ਕਰਦੇ ਆ ਮਾਡਲਿੰਗ ਵੈਰੀ ਕਲੀਅਰ ਹੈ ਨਵੀਆਂ ਵੇਰੀਐਂਟਸ ਆਉਂਦੀਆਂ ਸਾਡੇ ਕਮਿਊਨਿਟੀ ਦੇ ਵਿੱਚ ਜੇ ਆਪਣੇ ਨਾਲ ਦੇ ਨਾਲ ਇਹ ਪਬਲਿਕ ਹੈਲਥ ਇਨਵੈਸਟਮੈਂਟਸ ਨਹੀਂ ਕਰੂੰਗੇ ਗਵਰਨਮੈਂਟ ਦੇ ਅਸੀਂ ਜ਼ਰੂਰ ਇੱਕ ਤੀਜਾ ਵੇਵ ਹੋਊਗਾ ਇਟਸ ਜਸਟ ਅ ਰੈਸਿਪੀ ਫॉर ਡਿਜ਼ਾਸਟਰ ਜੀ ਬਿਲਕੁਲ ਜਿਵੇਂ ਤੁਸੀਂ ਡਾਕਟਰ ਲੂ ਦੀ ਗੱਲ ਕੀਤੀ ਮੀਡੀਆ ਬਰੀਫਿੰਗ ਦੌਰਾਨ ਅਸੀਂ ਦੇਖਿਆ ਕਿ ਡਾਕਟਰ ਲੂ ਨੇ ਕੰਸਰਨ ਜਤਾਇਆ ਕਿ ਸਕੂਲ ਓਪਨ ਹੋ ਰਹੇ ਨੇ ਤੇ ਇੱਕ ਹਫ਼ਤੇ ਬਾਅਦ ਹੀ ਜਿਹੜਾ ਹੈਗਾ ਪੀਲ ਰੀਜਨ ਨੂੰ ਓਪਨ ਕੀਤਾ ਜਾਏਗਾ ਤੇ ਅਫੀਸ਼ੀਅਲਸ ਨੂੰ ਪ੍ਰੋਪਰ ਸਮਾਂ ਵੀ ਨਹੀਂ ਮਿਲੇਗਾ ਕਿ ਉਹ ਕਮਿਊਨਿਟੀ ਟਰਾਂਸਮਿਸ਼ਨ ਜਿਹੜੀ ਹੈਗੀ ਹੈ ਉਸ ਨੂੰ ਪ੍ਰੋਪਰਲੀ ਐਗਜ਼ਾਮਿਨ ਕਰ ਸਕਣ ਆ ਕੰਸਰਨਡ ਹੈ ਹੁਣ ਜਦ ਅਸੀਂ ਸੋਚ ਕਰਦੇ ਹਾਂ ਕਿ ਸਕੂਲਾਂ ਦੇ ਵਿੱਚ ਨਿਆਣੇ ਆਪਣੇ ਘਰਾਂ ਦੇ ਵਿੱਚ ਜਾਂਦੇ ਆ ਇੱਥੇ ਇਨਫੈਕਸ਼ਨ ਤਾਂ ਹੀ ਸਪਰੈਡ ਹੁੰਦੀ ਹੈ ਹੁਣ ਈਵਨ ਹੌਲੀਡੇਜ਼ ਤੇ ਪਹਿਲਾਂ ਅਸੀਂ ਦੇਖਿਆ ਸੀ ਕੀ ਹੁੰਦਾ ਸੀ ਸਕੂਲਾਂ ਦੇ ਵਿੱਚ ਏਸਿਮਟੋਮੈਟਿਕ ਸਟੂਡੈਂਟਸ ਜਿਹੜੇ ਟੈਸਟ ਪੋਜ਼ਿਟਿਵ ਹੁੰਦੇ ਸੀ ਆਪਣੇ ਕਮਿਊਨਿਟੀ ਸਪਰੈਡ ਨੂੰ ਕੰਟਰੀਬਿਊਟ ਕਰਦੇ ਆ ਸੋ ਇਟਸ ਜਸਟ ਅ ਵੈਰੀ ਪੂਰਲੀ ਪਲਾਨਡ ਰੀਓਪਨਿੰਗ ਜਦ ਅਸੀਂ ਸੋਚ ਕਰਦੇ ਹਾਂ ਇਨ ਰਿਐਲਿਟੀ ਐਂਡ ਫੈਮਲੀਜ਼ ਦਾ ਰਿਸਕ ਹੋਊਗਾ ਐਂਡ ਤਾਂ ਹੀ ਮੈਡੀਕਲ ਆਫਿਸਰ ਨੇ ਵੈਰੀ ਕਲੀਅਰਲੀ ਪਬਲਿਕ ਨੂੰ ਵੀ ਕਮਿਊਨੀਕੇਟ ਕੀਤਾ ਕਿ ਇਹ ਸਪੋਰਟ ਨਹੀਂ ਕਰਦੇ ਐਂਡ ਨਾਟ ਓਨਲੀ ਹੇਅਰ ਇਨ ਪੀਐਲ ਦੂਜੇ ਕਮਿਊਨਿਟੀਆਂ ਦੇ ਵਿੱਚ ਵੀ ਨਾਟ ਓਨਲੀ ਚੀਫ ਮੈਡੀਕਲ ਆਫਿਸਰ ਡਾਕਟਰਸ ਹਸਪੀਟਲਸ ਦੇ ਵਿੱਚ ਫਰੰਟ ਲਾਈਨ ਵਰਕਰਸ ਵੀ ਕਹਿੰਦੇ ਆ ਕਿ ਸਾਡੇ ਕੋਲ ਸਿਸਟਮ ਸਪੋਰਟਸ ਨਹੀਂ ਹੈਗੀਆਂ ਐਂਡ ਇਹ ਜੇ ਅਨਦਰ ਸਰਜ ਹੋਊਗਾ ਬਹੁਤ ਔਖਾ ਹੋਊਗਾ ਕਮਿਊਨਿਟੀਆਂ ਦੇ ਵਿੱਚ ਜੀ ਅਸੀਂ ਬੀਤੇ ਕੁਝ ਦਿਨਾਂ ਤੋਂ ਲਗਾਤਾਰ ਦੇਖ ਰਹੇ ਹਾਂ ਕਿ ਤੁਹਾਡੀ ਪਾਰਟੀ ਲੀਡਰ ਐਂਡਰੀਆ ਹੋਵਰਥ ਵੱਲੋਂ ਤੇ ਵੱਖ-ਵੱਖ ਜਿਹੜੇ ਮੈਂਬਰ ਆਫ ਪ੍ਰੋਵਿੰਸ਼ੀਅਲ ਪਾਰਟੀਆਂ ਦੇ ਹੈਗੇ ਨੇ ਤੁਹਾਡੀ ਪਾਰਟੀ ਵੱਲੋਂ ਉਹਨਾਂ ਵੱਲੋਂ ਲਗਾਤਾਰ ਮੀਡੀਆ ਬਰੀਫਿੰਗ ਕੀਤੀ ਜਾ ਰਹੀ ਹੈ ਤੇ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਪ੍ਰੀਮੀਅਰ ਡਗਫੋਰਡ ਬਹੁਤ ਜਲਦੀ ਕਰ ਰਹੇ ਨੇ ਪ੍ਰੋਵਿੰਸ ਨੂੰ ਓਪਨ ਕਰਨ ਵਿੱਚ ਜਾਂ ਜਿਹੜੇ ਸਟੈਪਸ ਵੀ ਲੈ ਰਹੇ ਨੇ ਉਹਨਾਂ ਨੂੰ ਰੀਕਨਸੀਡਰ ਕਰਨਾ ਚਾਹੀਦਾ ਹੈ ਕਿਉਂ ਤੁਹਾਨੂੰ ਲੱਗਦਾ ਹੈ ਕਿ ਦੁਬਾਰਾ ਰੀਕਨਸੀਡਰ ਕਰਨ ਦੀ ਲੋੜ ਹੈਗੀ ਹੈ ਕਿਉਂਕਿ ਪ੍ਰੀਮੀਅਰ ਦਾ ਇਹ ਕਹਿਣਾ ਹੈ ਕਿ ਉਹ ਹੈਲਥ ਐਕਸਪਰਟਸ ਦੀ ਐਡਵਾਈਸ ਦੇ ਨਾਲ ਹੀ ਜਿਹੜੇ ਸਟੈਪਸ ਨੇ ਉਹ ਲੈ ਰਹੇ ਨੇ ਤੇ ਇੱਕ ਐਮਰਜੈਂਸੀ ਬ੍ਰੇਕ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਜਦੋਂ ਵੀ ਉਹਨਾਂ ਨੂੰ ਲੱਗਦਾ ਹੈ ਕਿ ਕੇਸਿਸ ਅਪ ਜਾਣਗੇ ਉਹ ਐਮਰਜੈਂਸੀ ਬ੍ਰੇਕ ਦਾ ਯੂਜ਼ ਕੀਤਾ ਜਾਏਗਾ ਇਹ ਬਹੁਤ ਅਨਫੋਰਚੂਨੇਟ ਹੈ ਕਿ ਇਹ ਅਪਰੋਚ ਪ੍ਰੀਮੀਅਰ ਨੇ ਲਿੱਤਾ ਹੋਇਆ ਬਿਕਾਜ਼ ਹੁਣ ਜਦ ਅਸੀਂ ਹਿਸਟੋਰਿਕਲੀ ਦੇਖਦੇ ਹਾਂ ਹੁਣ ਆਲਮੋਸਟ 1 year ਹੋ ਗਿਆ ਪਹਿਲਾਂ ਲਾਕਡਾਊਨ ਤੇ ਇਹ ਸਾਈਕਲ ਬਣਿਆ ਹੋਇਆ ਹੈ ਕਿ ਓਪਨ ਲਾਕਡਾਊਨ ਇਹ ਇਕਨੋਮੀ ਵਾਸਤੇ ਨਹੀਂ ਗੁੱਡ ਕਮਿਊਨਿਟੀਆਂ ਵਾਸਤੇ ਨਹੀਂ ਗੁੱਡ ਈਵਨ ਜੇ ਐਮਰਜੈਂਸੀ ਬ੍ਰੇਕ ਨੂੰ ਅਪਲਾਉਂਗੇ that means that we know that that's going to be needed and ਨਾਲ ਦੇ ਨਾਲ ਜੇਕਰ ਅਸੀਂ ਕਿ ਜਿਹੜੇ ਸਪੋਰਟ ਚਾਹੀਦੇ ਸੀ ਕਮਿਊਨਿਟੀਆਂ ਦੇ ਵਿੱਚ ਜਿਹੜਾ ਐਕਚੁਅਲੀ COVID-19 ਨੂੰ ਹਟਾਊਗਾ ਉਹ ਇਨ ਟੈਂਡਮ ਉਹਨਾਂ ਨੇ ਕੋਈ ਇੰਪਲੀਮੈਂਟ ਨਹੀਂ ਕੀਤਾ ਸੋ ਐਮਰਜੈਂਸੀ ਬ੍ਰੇਕ ਦਾ ਕੋਈ ਫਾਇਦਾ ਨਹੀਂ ਹੋਣਗੇ ਜੇ ਆਪਣੇ ਲੌਂਗ ਟਰਮ ਕੇਅਰ ਹੋਮਸ ਦੇ ਵਿੱਚ ਬੰਦੇ ਮਰਦੇ ਆ ਜਾਂ ਆਪਣੀ ਕਮਿਊਨਿਟੀ ਦੇ ਵਿੱਚ ਸਪਰੈਡ ਇਨਕਰੀਜ਼ ਹੁੰਦੀ ਆ ਮਾਡਲਿੰਗ ਵੈਰੀ ਕਲੀਅਰਲੀ ਸਾਨੂੰ ਦੱਸਦਾ ਹੈ ਕਿ ਮਾਰਚ ਦੇ ਵਿੱਚ ਅਸੀਂ ਨਿਊ ਵੇਰੀਐਂਟਸ ਦਾ ਸਪਰੈਡ ਦੇਖੂਗੇ ਕਮਿਊਨਿਟੀਆਂ ਦੇ ਵਿੱਚ ਸੋ ਪ੍ਰੋਐਕਟਿਵ ਅਪਰੋਚਸ ਚਾਹੀਦੀਆਂ ਇਹ ਆਫਟਰ ਦ ਫੈਕਟ ਨਹੀਂ ਚਾਹੀਦਾ ਫਿਰ ਦੁਬਾਰੇ ਐਮਰਜੈਂਸੀ ਬ੍ਰੇਕ ਲਾਉਣਾ ਜਾਂ ਪ੍ਰੋਵਿੰਸ ਨੂੰ ਲਾਕਡਾਊਨ ਦੇ ਵਿੱਚ ਲਾਉਣਾ It's just not a well thought out plan. ਜੇ in tandem ਉਹ supports provide ਕਰੋਗੇ ਆਪਣੀ ਕਮਿਊਨਿਟੀਆਂ ਦੇ ਵਿੱਚ increased testing, increased infection control measures ਇਹ ਹੋਣਾ ਚਾਹੀਦੀਆਂ not when we apply an emergency break ਫਿਰ ਇਹਨਾਂ ਨੇ ਸੋਚ ਕਰਨਾ ਕਿ ਇਹ ਪਾਲਿਸੀਜ਼ ਇੰਪਲੀਮੈਂਟ ਹੋਣੀਆਂ ਚਾਹੀਦੀਆਂ ਹੁਣ ਜਦੋਂ ਲੈਜਿਸਲੇਚਰ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਤਾਂ ਅਸੀਂ ਦੇਖ ਰਹੇ ਹਾਂ ਕਿ ਤੁਹਾਡੀ ਪਾਰਟੀ ਲੀਡਰ ਵੱਲੋਂ ਇੱਕ ਪਲਾਨ ਦਿੱਤਾ ਜਾ ਰਿਹਾ ਹੈ ਪਲਾਨ ਫॉर ਹੋਪ ਐਂਡ ਹੈਲਪ ਟੂ ਡੀਲ ਵਿਦ ਦ ਪੈਂਡੈਮਿਕ ਇਹ ਕਿਸ ਤਰ੍ਹਾਂ ਦਾ ਪਲਾਨ ਹੈਗਾ ਜ਼ਰੂਰ ਹੁਣ ਅਸੀਂ ਜਦ ਨੈਕਸਟ ਵੀਕ ਲੈਜਿਸਲੇਚਰ ਨੂੰ ਰਿਟਰਨ ਕਰੂੰਗੇ ਅਸੀਂ ਪ੍ਰਪੋਜ਼ ਕੀਤੇ ਹੋਏ ਆ ਰੀਅਲ ਸੋਲੂਸ਼ਨਸ ਕਿ ਜਿਹੜੇ ਬੰਦਿਆਂ ਨੂੰ ਇਸ ਕਮਿਊਨਿਟੀਆਂ ਦੇ ਵਿੱਚ ਹੈਲਪ ਕਰੂਗਾ ਐਂਡ ਰੀਅਲਿਸਟਿਕਲੀ COVID-19 ਨੂੰ ਹਟਾ ਸਕਦਾ ਹੈ ਐਂਡ ਸਟਾਪ ਕਰ ਸਕਦਾ ਹੈ ਸਪਰੈਡ ਆਫ ਦ ਵਾਇਰਸ ਅਸੀਂ ਇੱਕ ਤਾਂ ਇੰਪਲੀਮੈਂਟ ਕਰਨਾ ਚਾਹੁੰਦੇ ਹਾਂ ਪੇਡ ਸਿਕ ਡੇਜ਼ ਵਰਕਰਸ ਵਾਸਤੇ ਹੁਣ ਸਾਡੀ ਪਾਰਟੀ ਓਨਲੀ ਨਹੀਂ ਹੈਗੀ ਮੈਡੀਕਲ ਐਕਸਪਰਟਸ ਕਹਿੰਦੇ ਆ ਫਰੰਟ ਲਾਈਨ ਵਰਕਰਸ ਕਹਿੰਦੇ ਆ ਮੇਅਰਸ ਆਫ ਸਾਡੇ ਸਿਟੀਜ਼ ਕਹਿੰਦੇ ਆ ਕਿ ਇਹ ਜਿਹੇ ਮੈਜਰਸ ਚਾਹੀਦੇ ਆ ਸੋ ਮੇਰੇ ਕੋਲੀਗ ਪੈਗੀ ਸੈਟਲਰ ਨੇ ਇੱਕ ਬਿੱਲ ਲਿਆ ਹੋਇਆ ਲੈਜਿਸਲੇਚਰ ਦੇ ਵਿੱਚ ਸਟੇ ਹੋਮ ਇਫ ਯੂ ਆਰ ਸਿਕ ਐਕਟ ਤੁਸੀਂ ਆਪਣੇ ਵੈਬਸਾਈਟ ਤੇ ਵੀ ਜਾ ਸਕਦੇ ਹੋ you can learn this is something that will help not only those workers but help small businesses at the same time ਅਸੀਂ also long term care ਦੀਆਂ issues ਦੇਖਣਾ ਚਾਹੁੰਦੇ ਹਾਂ and ਤਾਂ ਹੀ hope and help ਹੋਣਾ ਚਾਹੀਦਾ ਹੈ ਜਦ ਅਸੀਂ ਦੇਖਦੇ ਹਾਂ ਆਪਣੇ ਬਜ਼ੁਰਗ ਜਿਹੜੇ long term care ਦੇ ਵਿੱਚ horrifying conditions ਦੇ ਵਿੱਚ ਆ ਇਹਨਾਂ ਦਾ ਐਡਰੈਸ ਕਰਨਾ ਚਾਹੀਦਾ ਹੈ ਪ੍ਰੀਮੀਅਰ ਕਹਿੰਦਾ ਹੈ ਆਇਰਨ ਰਿੰਗ ਹੋਊਗਾ ਇਸ ਹੋਮਸ ਦੇ ਵਿੱਚ ਅਸੀਂ ਇੱਕ ਵਾਰੀ ਨਹੀਂ ਦੇਖਿਆ ਕਿ ਕੋਈ ਆਇਰਨ ਰਿੰਗ ਹੋਊਗਾ ਐਕਚੁਅਲੀ ਇਨ ਫੈਕਟ ਜਦ ਓਪਰਚੁਨਿਟੀ ਸੀ ਮਿਲਟਰੀ ਨੂੰ ਬੁਲਾਉਣੇ ਨੂੰ ਪ੍ਰੀਮੀਅਰ ਨੇ ਰਿਫਿਊਜ਼ ਕੀਤਾ ਹੋਇਆ ਸੋ ਸਾਡੇ ਪਲਾਨ ਦੇ ਵਿੱਚ ਅਸੀਂ ਕਿਹਾ ਹੈ ਕਿ
PSWs workers ਨੂੰ ਹਾਇਰ ਕਰਨਾ ਚਾਹੀਦਾ ਹੈ ਸਟਾਫਿੰਗ ਸ਼ਾਰਟੇजेस ਨੂੰ ਐਡਰੈਸ ਕਰਨਾ ਚਾਹੀਦਾ ਹੈ ਇਸ ਕਮਿਊਨਿਟੀਆਂ ਦੇ ਵਿੱਚ ਇਨਫੈਕਸ਼ਨ ਕੰਟਰੋਲ ਮੈਜਰਸ ਚਾਹੀਦੀਆਂ ਲੌਂਗ ਟਰਮ ਕੇਅਰ ਹੋਮਸ ਦੇ ਵਿੱਚ ਇਨਵੈਸਟਮੈਂਟਸ ਚਾਹੀਦੀਆਂ ਸੋ ਅਸੀਂ ਤਾਂ ਹੀ ਪ੍ਰਪੋਜ਼ ਕੀਤਾ ਹੈ ਕਿ PSWs ਨੂੰ ਹਾਇਰ ਕਰਨਾ ਚਾਹੀਦਾ ਹੈ ਪਰ ਆਲਸੋ ਇਨ ਟੈਂਡਮ infection control measures be ਚਾਹੀਦੀਆਂ so ਇਹ proposed ਕੀਤੀਆਂ ਹੋਈਆਂ so hopefully when we go back to the legislature next week ਇਹ government ਵੀ ਸੁਣੂਗੀ ਕਿ opposition only critical ਨਹੀਂ ਅਸੀਂ critiques ਨਹੀਂ ਕੀਤੀਆਂ ਅਸੀਂ actually solutions ਵੀ propose ਕੀਤੀਆਂ ਇਹਨਾਂ ਦੇ ਕੋਲ power ਹੈ implement ਕਰਨੇ ਨੂੰ the choice is theirs to do it they choose not to do the right thing for Ontarians ਜੀ ਬਿਲਕੁਲ ਹੁਣ ਜੇ ਤੁਹਾਡੇ ਨਵੇਂ ਰੋਲ ਦੀ ਗੱਲ ਕਰੀਏ ਤਾਂ ਤੁਹਾਨੂੰ ਸੀਨੀਅਰਸ ਤੇ ਲੌਂਗ ਟਰਮ ਕੇਅਰ ਲਈ ਕ੍ਰਿਟਿਕ ਜਿਹੜਾ ਹੈਗਾ ਐਲਾਨਿਆ ਗਿਆ ਤਾਂ ਕੀ ਤੁਹਾਡੀ ਪ੍ਰੈਫਰੈਂਸ ਕੀ ਪ੍ਰਾਥਮਿਕਤਾ ਰਹੇਗੀ ਹੁਣ ਜ਼ਰੂਰ ਇਹ ਬਹੁਤ ਕ੍ਰਿਟੀਕਲ ਫਾਈਲ ਹੈ ਇਸ ਟਾਈਮ ਦੇ ਵਿੱਚ ਹੁਣ ਪੈਂਡੈਮਿਕ ਦੇ ਨਾਲ ਅਸੀਂ ਦੇਖਿਆ ਹੋਇਆ ਹੈ ਕੀ ਹੁੰਦਾ ਹੈ ਸਾਡੇ ਲੌਂਗ ਟਰਮ ਕੇਅਰ ਹੋਮਸ ਦੇ ਵਿੱਚ ਇਹ ਫੋਰ ਪ੍ਰੋਫਿਟ ਜਿਹੜੀਆਂ ਮਾਡਲਸ ਲਿਬਰਲ ਗਵਰਨਮੈਂਟ ਐਂਡ ਕੰਸਰਵੇਟਿਵ ਗਵਰਨਮੈਂਟ ਨੇ ਇੰਪਲੀਮੈਂਟ ਕੀਤੀਆਂ ਇਹਨਾਂ ਦਾ ਆਊਟਕਮਸ ਅਸੀਂ ਦੇਖਦੇ ਹਾਂ So ਇਹਨੂੰ address ਕਰਨਾ ਚਾਹੁੰਦੇ ਹਾਂ ਅਸੀਂ and this starts by taking ਉਹ ਜਿਹੜੀ profiteering ਹੁੰਦੀ ਹੈ care ਦੇ ਵਿੱਚ ਉਹਨੂੰ ਬਾਹਰ ਕੱਢਣਾ ਚਾਹੀਦਾ ਹੈ ਹਟਾਉਣਾ ਚਾਹੀਦਾ ਹੈ so we hope to phase out for-profit care in Ontario and hope ਹੋਣਾ ਚਾਹੀਦਾ ਹੈ ਕਿ ਅਸੀਂ ਕਰ ਸਕਦੇ ਹਾਂ I think political will ਚਾਹੀਦੀ ਹੈ ਕਰਨੇ ਨੂੰ but not only ਸਾਡੇ long term care sector ਦੇ ਵਿੱਚ ਇਹ ਅਸੀਂ re-envision ਕਰਨਾ ਚਾਹੁੰਦੇ ਹਾਂ also ਜਿਹੜੀ home care ਹੈ ਹੁਣ ਸਾਡੇ ਕਮਿਊਨਿਟੀਆਂ ਦੇ ਵਿੱਚ ਸਪੈਸ਼ਲੀ ਸਾਡੇ cultured communities ਦੇ ਵਿੱਚ ਪੰਜਾਬੀ ਕਮਿਊਨਿਟੀ ਦੇ ਵਿੱਚ ਅਸੀਂ ਆਪਣੇ ਸੀਨੀਅਰਸ ਐਂਡ ਐਲਡਰਸ ਨੂੰ ਘਰੋਂ ਰਹਿਣਾ ਚਾਹੁੰਦੇ ਹਾਂ ਕੇਅਰ ਕਰਨਾ ਚਾਹੁੰਦੇ ਹਾਂ ਉਹਨਾਂ ਦਾ ਐਂਡ ਸੋ ਅਸੀਂ ਉਹ ਸਪੋਰਟ ਵੀ ਦੇਣਾ ਚਾਹੁੰਦੇ ਹਾਂ ਕਿ ਜਿਹੜਾ ਹੋਮ ਕੇਅਰ ਸਿਸਟਮ ਹੈ ਉਹਨੂੰ ਇੰਪਰੂਵ ਕਰੀਏ ਕਿ ਐਕਚੁਅਲੀ ਸਰਵਿਸਿਜ਼ ਮਿਲਣਗੇ ਐਂਡ ਕਲਚਰਲੀ ਅਪਰੋਪਰੀਏਟ ਕੇਅਰ ਵੀ ਮਿਲ ਸਕਦਾ ਹੈ ਸਾਡੇ ਸੀਨੀਅਰਸ ਨੂੰ ਅਸੀਂ ਇਸ ਸੋਸਾਇਟੀ ਦੇ ਵਿੱਚ ਸੀਨੀਅਰਸ ਨੂੰ ਬਹੁਤ ਨੈਗਲੈਕਟ ਕਰਦੇ ਆ ਜਿਹੜੀ ਸਿਸਟਮ ਬਣਾਈ ਹੋਈ ਹੈ ਅਸੀਂ ਕਹਿੰਦੇ ਇੰਸਟੀਟਿਊਸ਼ਨਲਾਈਜੇਸ਼ਨ ਆਫ ਕੇਅਰ ਜਿਹੜਾ ਕਰਿਆ ਹੋਇਆ ਹੈ ਇਹਨੂੰ ਡੀਕਪਲ ਕਰਨਾ ਚਾਹੀਦਾ ਹੈ ਐਂਡ ਸੋਚ ਕਰਨਾ ਚਾਹੀਦਾ ਹੈ ਕਿ ਕਿੱਦਾਂ ਅਸੀਂ ਕਮਿਊਨਿਟੀਆਂ ਦੇ ਵਿੱਚ ਕੇਅਰ ਬਣਾ ਸਕਦੇ ਹਾਂ ਮਾਡਲਸ ਆਫ ਕੇਅਰ ਜਿਹੜਾ ਬੰਦੇ ਆਪਣੇ ਘਰਾਂ ਦੇ ਵਿੱਚ ਰਹਿ ਸਕਦੇ ਆ ਆਪਣੇ ਫੈਮਿਲੀ ਐਂਡ ਕਮਿਊਨਿਟੀ ਦੇ ਨਾਲ ਸਪੋਰਟ ਹੋ ਸਕਦੀਆਂ ਐਂਡ ਇਹ ਹੋ ਸਕਦਾ ਹੈ ਦੂਜੇ ਕੰਟਰੀਜ਼ ਦੇ ਵਿੱਚ ਇਹੀ ਜਿਹੇ ਮਾਡਲਸ ਹੈਗੀ ਆ ਜਿਹੜਾ ਜੇ ਇੱਥੇ ਪੋਲੀਟੀਕਲ ਵਿਲ ਹੋਊਗਾ ਅਸੀਂ ਏਦਾਂ ਦਾ ਸਿਸਟਮ ਬਣਾ ਸਕਦੇ ਹਾਂ not only for the seniors now but for all of us because ਅਸੀਂ ਸਾਰਿਆਂ ਨੇ ਏਜ ਹੋਣਾ ਹੈ ਐਂਡ ਸਾਡੀ ਏਜਿੰਗ ਪੋਪੂਲੇਸ਼ਨ ਵੀ ਬੂਮ ਹੁੰਦੀ ਹੈ ਸੋ ਇਸ ਪੋਰਟਫੋਲੀਓ ਦੇ ਨਾਲ ਅਸੀਂ ਹੋਪ ਕਰਦੇ ਹਾਂ ਕਿ ਜਿਹੜਾ ਅਸੀਂ ਪਲੇਟਫਾਰਮ ਇੰਪਲੀਮੈਂਟ ਕਰਨਾ ਚਾਹੁੰਦੇ ਹਾਂ ਇਹ ਕ੍ਰਿਟੀਕਲੀ ਇਸ ਸਿਸਟੈਮਿਕ ਫੇਲਿਅਰਸ ਨੂੰ ਵੀ ਐਡਰੈਸ ਕਰੂਗੇ ਪਰ ਕੇਅਰ ਨੂੰ ਵੀ ਰੀ-ਇਨਵਿਜ਼ਨ ਕਰ ਸਕਦੇ ਹਾਂ ਆਪਣੇ ਪ੍ਰੋਵਿੰਸ ਦੇ ਵਿੱਚ ਜੀ ਸਾਰਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਤੇ ਗੱਲਬਾਤ ਕਰਨ ਦੇ ਲਈ ਥੈਂਕ ਯੂ ਸੋ ਮਚ ਐਂਡ ਸਟੇ ਸੇਫ ਥੈਂਕ ਯੂ ਸੋ ਮਚ ਰੁਪਿੰਦਰ ਐਂਡ ਸਟੇ ਸੇਫ ਸੋ ਹੁਣ ਤੱਕ ਲਈ ਬਸ ਇੰਨਾ ਹੀ ਫਿਲਹਾਲ ਮੈਨੂੰ ਦਿਓ ਇਜਾਜ਼ਤ ਤੁਸੀਂ ਰੱਖੋ ਆਪਣਾ ਖਿਆਲ ਤੇ ਦੇਸ਼ ਦੁਨੀਆ ਦੀਆਂ ਖਬਰਾਂ ਲਈ ਬਣੇ ਰਹੋ PTC ਦੇ ਨਾਲ